ਹੈਲੋ ਸਟੂਡੈਂਟਸ, ਵੈਲਕਮ ਟੂ ਦਾ ਪੋਲੀਟੀਕਲ ਕਨਸੈਪਟ। ਅੱਜ ਅਸੀਂ ਪੜਾਂਗੇ ਦਾ ਕਨਸੈਪਟ ਆਫ ਇਕੁਐਲਿਟੀ ਤੇ ਇਸ ਦੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਲਿਬਰਟੀ ਦੇ ਕਨਸੈਪਟ ਨੂੰ ਫਿਨਿਸ਼ ਕਰ ਚੁੱਕੇ ਹਾਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਕੁਐਲਿਟੀ ਦੇ ਕਨਸੈਪਟ ਬਾਰੇ। ਸਭ ਤੋਂ ਪਹਿਲਾਂ ਬੇਸਿਕ ਇੰਟਰੋਡਕਸ਼ਨ ਆਫ ਇਕੁਐਲਿਟੀ ਸ਼ਬਦ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੇ ਕਿਸ ਟਾਈਮ ਪੀਰੀਅਡ ਦੇ ਵਿੱਚ ਹੁੰਦੀ ਹੈ। ਲਿਬਰਟੀ ਤੇ ਇਕੁਐਲਿਟੀ ਦੋਵੇਂ ਸ਼ਬਦ ਇਕੱਠੇ ਹੀ ਆਉਂਦੇ ਨੇ ਤੇ ਪੋਲੀਟੀਕਲ ਸਾਇੰਸ ਦੇ ਵਿੱਚ ਦੋਵੇਂ ਸ਼ਬਦ ਇਕੁਅਲੀ ਇੰਪੋਰਟੈਂਸ ਰੱਖਦੇ ਨੇ। ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਤਿੰਨ ਚੀਜ਼ਾਂ ਦੇ ਲਈ ਫਾਈਟ ਹੋਈ ਹੈ: ਲਿਬਰਟੀ, ਇਕੁਐਲਿਟੀ ਤੇ ਫਰਟਰਨਿਟੀ। ਲਿਬਰਟੀ ਦਾ ਕਨਸੈਪਟ ਅਸੀਂ ਕੰਪਲੀਟ ਕਰ ਚੁੱਕੇ ਹਾਂ ਤੇ ਇਕੁਐਲਿਟੀ ਹੈ ਜੋ ਉਹ ਇੱਕ ਪ੍ਰਸਕ੍ਰਿਪਟਿਵ ਟਰਮ ਹੈ, ਡਿਸਕ੍ਰਿਪਟਿਵ ਟਰਮ ਨਹੀਂ ਹੈ। R.H. ਟਵਨੇ ਵੀ ਕਹਿੰਦਾ ਹੈ ਕਿ ਲਿਬਰਟੀ ਇਨਕੰਪਲੀਟ ਹੈ ਵਿਦਆਊਟ ਇਕੁਐਲਿਟੀ। ਸੋ ਜਦੋਂ ਵੀ ਲਿਬਰਟੀ ਦੀ ਗੱਲ ਹੁੰਦੀ ਹੈ ਉਸ ਦੇ ਨਾਲ ਹੀ ਇਕੁਐਲਿਟੀ ਦੀ ਵੀ ਗੱਲ ਹੁੰਦੀ ਹੈ। ਜੇ ਐਗਜ਼ਾਮਪਲ ਦੇ ਨਾਲ ਇਸ ਨੂੰ ਸਮਝਿਆ ਜਾਵੇ ਤਾਂ ਜਿਵੇਂ ਕਿ ਜਦੋਂ ਵੀ ਜਸਟਿਸ ਦੀ ਗੱਲ ਹੁੰਦੀ ਹੈ ਤੇ ਨਾਲ ਹੀ ਗੱਲ ਹੁੰਦੀ ਹੈ ਕਿ ਜਸਟਿਸ ਮਿਲੇ ਪਰ ਸਭ ਨੂੰ ਬਰਾਬਰ ਮਿਲੇ, ਰਾਈਟਸ ਮਿਲਣ ਪਰ ਸਭ ਨੂੰ ਬਰਾਬਰ ਮਿਲਣ, ਕੋਈ ਵੀ ਅਨਫੇਅਰ ਨਾ ਹੋਵੇ, ਕੋਈ ਵੀ ਪਾਰਸ਼ੈਲਿਟੀ ਨਾ ਹੋਵੇ। ਤੇ ਲਿਬਰਟੀ ਤੇ ਜਸਟਿਸ ਦੇ ਵਿੱਚ ਇੱਕ ਬਹੁਤ ਪ੍ਰੋਪਰ ਰਿਲੇਸ਼ਨਸ਼ਿਪ ਸਾਨੂੰ ਦੇਖਣ ਨੂੰ ਮਿਲਦਾ ਹੈ। ਇਹ ਦੋਵੇਂ ਸ਼ਬਦ ਜੁੜੇ ਹੋਏ ਨੇ ਇਕੁਐਲਿਟੀ ਦੇ ਨਾਲ ਤੇ ਇਕੁਐਲਿਟੀ ਦੇ ਲਈ ਬਹੁਤ ਸਾਰੇ ਐਜੀਟੇਸ਼ਨ ਹੋਏ, ਰਿਬੇਲੀਅਨ ਹੋਏ ਤੇ ਇਹਨਾਂ ਰਿਬੇਲੀਅਨ ਦਾ ਕਾਰਨ ਦੱਸਦਾ ਹੈ ਅਰਿਸਟੋਟਲ ਇਨਇਕੁਐਲਿਟੀ ਨੂੰ ਕਿ ਜਦੋਂ ਵੀ ਇਨਇਕੁਐਲਿਟੀ ਹੁੰਦੀ ਹੈ ਇਸ ਨੂੰ ਲੈ ਕੇ ਬਹੁਤ ਸਾਰੇ ਅੰਦੋਲਨ ਹੁੰਦੇ ਨੇ, ਜਿਸ ਦਾ ਕਾਰਨ ਹੀ ਹੈ ਕਿ ਇਕੁਐਲਿਟੀ ਆਵੇ, ਇਨਇਕੁਐਲਿਟੀ ਖਤਮ ਕੀਤੀ ਜਾਵੇ। ਇਨਇਕੁਐਲਿਟੀ ਜਦੋਂ ਵੀ ਕਿਤੇ ਹੁੰਦੀ ਹੈ ਉੱਥੇ ਅੰਦੋਲਨ ਹੋਣੇ ਲਾਜ਼ਮੀ ਨੇ। ਬੇਸਿਕ ਆਈਡੀਆ ਨੂੰ ਸਮਝਣ ਤੋਂ ਬਾਅਦ ਹੁਣ ਅਸੀਂ ਇਕੁਐਲਿਟੀ ਦੇ ਕਨਸੈਪਟ ਨੂੰ ਡੈਪਥ ਦੇ ਵਿੱਚ ਪੜਾਂਗੇ। ਮਾਡਰਨ ਆਈਡੀਆ ਆਫ ਇਕੁਐਲਿਟੀ ਦੇ ਵਿੱਚ ਇਨਇਕੁਐਲਿਟੀਜ਼ ਨੂੰ ਘਟਾਉਣ ਦੀ ਗੱਲ ਕੀਤੀ ਜਾਂਦੀ ਹੈ। ਇਹ ਜੋ ਮਾਡਰਨ ਆਈਡੀਆ ਆਫ ਇਕੁਐਲਿਟੀ ਹੈ ਇਹ ਥਿਊਰੀ ਆਫ ਰਾਈਟਸ ਦੇ ਵਿੱਚੋਂ ਨਿਕਲ ਕੇ ਆਉਂਦਾ ਹੈ। ਇਸ ਵਿੱਚ ਗੱਲ ਹੁੰਦੀ ਹੈ ਕਿ ਸਭ ਨੂੰ ਇੱਕ ਦੂਜੇ ਨੂੰ ਇਕੁਅਲੀ ਟਰੀਟ ਕਰਨਾ ਚਾਹੀਦਾ ਹੈ ਤੇ ਕੀਤਾ ਜਾਣਾ ਚਾਹੀਦਾ ਹੈ, ਜਦ ਕਿ ਫੈਕਟ ਇਹ ਹੈ ਕਿ ਅਸੀਂ ਆਲਰੇਡੀ ਇਕੁਅਲ ਹੈਗੇ ਹਾਂ, ਸਾਨੂੰ ਨੇਚਰ ਨੇ ਇਕੁਅਲ ਬਣਾਇਆ ਹੈ। ਆਲ ਮੈਨ ਆਰ ਇਕੁਅਲੀ ਕ੍ਰੀਏਟਡ ਬਾਈ ਗੋਡ। ਨੇਚਰ ਦੇ ਦੁਆਰਾ ਬਣਾਇਆ ਗਿਆ। ਸਕਿਨ ਦਾ ਕਲਰ ਵੱਖਰਾ ਹੋ ਸਕਦਾ ਹੈ ਪਰ ਬਲੱਡ ਦਾ ਕਲਰ ਇੱਕੋ ਹੀ ਹੈ। ਉਸਨੇ ਕਿਸੇ ਨੂੰ ਵੀ ਡਿਫਰੈਂਸ ਐਲੀਮੈਂਟਸ ਦੇ ਕੇ ਨਹੀਂ ਬਣਾਇਆ ਹੈ, ਕਿਸੇ ਦੇ ਵਿੱਚ ਵੀ ਅਲੱਗ-ਅਲੱਗ ਸ਼ਮਤਾਵਾਂ ਪੈਦਾ ਨਹੀਂ ਕੀਤੀਆਂ ਹਨ, ਕਿਸੇ ਨੂੰ ਵੀ ਵੱਖਰਾ ਨਹੀਂ ਬਣਾਇਆ ਹੈ, ਸਭ ਨੂੰ ਇਕੁਅਲ ਹੀ ਬਣਾਇਆ ਹੈ। ਇਸੇ ਤਰ੍ਹਾਂ ਜੇ ਦੋ ਵਿਅਕਤੀ ਫੋਰ ਐਗਜ਼ਾਮਪਲ ਮੰਨ ਲਓ, ਜੇ ਦੋ ਵਿਅਕਤੀ ਨਸ਼ਾ ਕਰਦੇ ਨੇ, ਉਹਨਾਂ 'ਚੋਂ ਇੱਕ ਅਮੀਰ ਹੈ ਤੇ ਗਰੀਬ ਹੈ, ਪਰ ਨਸ਼ਾ ਦੋਵਾਂ 'ਤੇ ਇਕੁਅਲ ਹੀ ਇਫੈਕਟ ਪਾਏਗਾ, ਉਹ ਅਮੀਰ ਜਾਂ ਗਰੀਬ 'ਤੇ ਘੱਟ ਵੱਧ ਨਹੀਂ ਪਾਏਗਾ। ਉਹ ਜੋ ਪਾਰਸ਼ੈਲਿਟੀ ਦਾ ਜੋ ਕਨਸੈਪਟ ਹੈ ਉਹ ਨੇਚਰ ਦੇ ਵਿੱਚੋਂ ਨਿਕਲ ਕੇ ਨਹੀਂ ਆਉਂਦਾ ਹੈ, ਇਹ ਸੁਸਾਇਟੀ ਦੇ ਵਿੱਚ ਸਾਡੇ ਦੁਆਰਾ ਹੀ ਪੈਦਾ ਕੀਤਾ ਜਾਂਦਾ ਹੈ। ਜੋ ਇਹ ਫਰਕ ਹੈ, ਇਹ ਵਖਰੇਵੇਂ ਨੇ, ਇਹਨਾਂ ਨੂੰ ਹੀ ਰੂਜ਼ੋ ਡਿਸਕ੍ਰਾਈਬ ਕਰਦਾ ਹੈ ਆਪਣੀ ਕਿਤਾਬ ਡਿਸਕੋਰਸ ਔਨ ਦਾ ਓਰੀਜਨ ਆਫ ਇਨਇਕੁਐਲਿਟੀ 1755 ਦੇ ਵਿੱਚ। ਇਸ ਦੇ ਵਿੱਚ ਉਹ ਦੋ ਕਿਸਮਾਂ ਦੱਸਦਾ ਹੈ ਅਸਮਾਨਤਾਵਾਂ ਦੀਆਂ। ਪਹਿਲੀ ਹੈਗੀ ਹੈ ਨੈਚੁਰਲ ਇਨਇਕੁਐਲਿਟੀ ਤੇ ਕਨਵੈਨਸ਼ਨਲ ਇਨਇਕੁਐਲਿਟੀ ਹੈ ਸੈਕਿੰਡ। ਨੈਚੁਰਲ ਇਨਇਕੁਐਲਿਟੀ ਦੇ ਵਿੱਚ ਜਿਸ ਨੂੰ ਕਿ ਆਪਾਂ ਚੇਂਜ ਨਹੀਂ ਕਰ ਸਕਦੇ, ਜੋ ਸਾਨੂੰ ਬਾਏ ਚੁਆਇਸ ਨਹੀਂ ਮਿਲਦੀ, ਜਿਵੇਂ ਕਿ ਸਾਡੀ ਏਜ, ਹੈਲਥ, ਬੋਡੀ, ਮਾਈਂਡ, ਸੋਲ ਤੇ ਕੁਆਲਿਟੀਜ਼, ਇਹ ਬਾਕੀਆਂ ਨਾਲੋਂ ਵੱਖਰੀਆਂ ਹੁੰਦੀਆਂ ਨੇ, ਪਰ ਜੇ ਇਹ ਜਿਹੜੇ ਵਖਰੇਵੇਂ ਨੇ ਇਹ ਸਾਨੂੰ ਨੇਚਰ ਆਪ ਦਿੰਦਾ ਹੈ। ਪਰ ਕਨਵੈਨਸ਼ਨਲ ਇਨਇਕੁਐਲਿਟੀ ਦੇ ਜੇ ਗੱਲ ਕੀਤੀ ਜਾਵੇ ਤਾਂ ਉਸਦੇ ਵਿੱਚ ਵੈਲਥ, ਪਾਵਰ ਤੇ ਸਰਵਿਸ, ਇਸ ਨੂੰ ਆਪਾਂ ਆਪਣੀ ਸਕਿੱਲ ਦਾ ਯੂਜ਼ ਕਰਕੇ ਇਸ ਨੂੰ ਵਧਾ ਘਟਾ ਸਕਦੇ ਹਾਂ, ਇਸ ਨੂੰ ਡਿਵੈਲਪ ਕਰ ਸਕਦੇ ਹਾਂ। ਇਹ ਟੋਟਲੀ ਸਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਅਸੀਂ ਇਸ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਜਾਂ ਫਿਰ ਅਸੀਂ ਇਸ ਨੂੰ ਕਿਵੇਂ ਮੇਨਟੇਨ ਕਰਕੇ ਰੱਖਣਾ ਹੈ। ਬਟ ਇਸ ਨੂੰ ਅੱਗੇ ਜਾ ਕੇ ਨੈਚੁਰਲ ਇਨਇਕੁਐਲਿਟੀ ਆਫ ਰੂਜ਼ੋ ਨੂੰ ਕ੍ਰਿਟੀਸਾਈਜ਼ ਵੀ ਕੀਤਾ ਜਾਂਦਾ ਹੈ ਕਿ ਜੋ ਸਾਡੀ ਹੈਲਥ ਹੈ ਬੇਸ਼ੱਕ ਸਾਨੂੰ ਇਕੁਅਲੀ ਮਿਲੀ ਹੈ ਬਾਕੀਆਂ ਦੇ ਬਰਾਬਰ ਹੀ, ਪਰ ਜੇ ਅਸੀਂ ਕਿਸੇ ਤੋਂ ਵੀਕ ਹਾਂ ਤਾਂ ਅਸੀਂ ਇਸ ਨੂੰ ਡਿਵੈਲਪ ਕਰ ਸਕਦੇ ਹਾਂ ਬਾਏ ਡੂਇੰਗ ਐਕਸਰਸਾਈਜ਼ ਐਂਡ ਅਸੀਂ ਆਪਣੀ ਵਧੀਆ ਡਾਈਟ ਲੈ ਕੇ ਹੈਲਥ ਨੂੰ ਇੰਪਰੂਵ ਕਰ ਸਕਦੇ ਹਾਂ। ਜੇ ਸਾਡੀ ਮੈਂਟਲੀ ਕੈਪੇਬਿਲਿਟੀਜ਼ ਘੱਟ ਹੈ ਤਾਂ ਅਸੀਂ ਉਸਨੂੰ ਵਧਾ ਸਕਦੇ ਹਾਂ ਪ੍ਰੈਕਟਿਸ ਦੇ ਨਾਲ।
ਜੇ ਨੈਚੁਰਲ ਇਨਇਕੁਐਲਿਟੀਜ਼ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਯੂਨੀਵਰਸਲ ਟਰੁੱਥ ਵੀ ਹੈ ਕਿ ਜਿਵੇਂ ਕਿ ਬੱਚਾ ਪੈਦਾ ਕਰਨ ਦੀ ਜੋ ਡਿਊਟੀ ਹੈ ਉਹ ਸਿਰਫ ਨੇਚਰ ਨੇ ਇੱਕ ਔਰਤ ਨੂੰ ਦਿੱਤੀ ਹੈ, ਮਰਦ ਨੂੰ ਨਹੀਂ। ਅਸੀਂ ਇਸ ਨੂੰ ਮੋਡੀਫਾਈ ਨਹੀਂ ਕਰ ਸਕਦੇ, ਅਸੀਂ ਇਸ ਨੂੰ ਇੰਪਰੂਵ ਜਾਂ ਕੁਝ ਵੀ ਇਸ ਦੇ ਵਿੱਚ ਚੇਂਜ ਨਹੀਂ ਕਰ ਸਕਦੇ। ਤੇ ਤਰ੍ਹਾਂ ਅੱਜ ਦੇ ਟਾਈਮ ਦੇ ਵਿੱਚ ਟੈਕਨੋਲੋਜੀ ਇੰਨੀ ਵੱਧ ਚੁੱਕੀ ਹੈ ਕਿ ਨੈਚੁਰਲ ਇਨਇਕੁਐਲਿਟੀਜ਼ ਦੇ ਵਿੱਚ ਚੇਂਜ ਲਿਆਂਦਾ ਜਾ ਸਕਦਾ ਹੈ। ਜਿਵੇਂ ਕਿ ਬਿਊਟੀ ਹੈ, ਉਹ ਕਿਸੇ ਵਿੱਚ ਵੀ ਕੋਈ ਘੱਟ ਸੋਹਣਾ ਹੋ ਸਕਦਾ, ਕੋਈ ਵੱਧ ਸੋਹਣਾ ਹੈ। ਜੋ ਘੱਟ ਨੇ ਉਹ ਪਲਾਸਟਿਕ ਸਰਜਰੀਜ਼ ਕਰਵਾਉਂਦੇ ਨੇ, ਉਹ ਮੇਕਅਪ ਯੂਜ਼ ਕਰਦੇ ਨੇ, ਬਿਊਟੀ ਪ੍ਰੋਡਕਟਸ ਯੂਜ਼ ਕਰਦੇ ਨੇ। ਸੋ ਇਸ ਦੇ ਵਿੱਚ ਉਹ ਚੇਂਜ ਕਰ ਲੈਂਦੇ ਨੇ, ਬਟ ਇਸ ਦੇ ਵਿੱਚ ਵੀ ਉਹਨਾਂ ਨੂੰ ਕਨਵੈਨਸ਼ਨਲ ਇਨਇਕੁਐਲਿਟੀ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਜਿਵੇਂ ਕਿ ਉਹ ਆਪਣੀ ਪੈਸਾ ਵੈਲਥ ਨੂੰ ਵਧਾਉਂਦੇ ਨੇ, ਡਿਵੈਲਪ ਕਰਦੇ ਨੇ ਆਪਣੀ ਸਕਿੱਲ ਦੇ ਨਾਲ। ਉਸ ਪੈਸੇ ਨਾਲ ਹੀ ਉਹ ਇਹ ਪ੍ਰੋਡਕਟਸ ਖਰੀਦ ਸਕਦੇ ਨੇ, ਆਪਣੀ ਬਿਊਟੀ ਨੂੰ ਨਿਖਾਰ ਸਕਦੇ ਨੇ। ਅਤੇ ਨੈਚੁਰਲ ਇਨਇਕੁਐਲਿਟੀ ਦੇ ਕੰਸੈਪਟ ਨੂੰ ਉੱਥੇ ਖ਼ਤਮ ਕੀਤਾ ਜਾਂਦਾ ਹੈ ਅਤੇ ਅੱਜ ਕੱਲ੍ਹ ਇਹ ਨੋਰਮਲ ਹੈ। ਅਤੇ ਫਿਰ ਬਹੁਤ ਸਾਰੇ ਥਿੰਕਰਸ ਇਕੁਐਲਿਟੀ ਲਈ ਆਪਣੇ ਵਿਚਾਰ ਪੇਸ਼ ਕਰਦੇ ਨੇ ਅਤੇ ਇਸ ਦੇ ਰਿਲੇਟਿਡ ਆਪਣੀਆਂ ਰਾਈਟਿੰਗਸ ਵੀ ਲਿਖਦੇ ਨੇ। ਜਿਵੇਂ ਕਿ R.H. ਟੈਰਨੀ ਦੀ ਬੁੱਕ ਹੈ ਇਕੁਐਲਿਟੀ 1938 ਦੇ ਵਿੱਚ ਪਬਲਿਸ਼ ਹੋਈ, ਅਤੇ ਜੌਨ ਰੀਜ਼ ਦੀ ਬੁੱਕ ਹੈ ਇਕੁਐਲਿਟੀ 1971 ਦੇ ਵਿੱਚ ਪਬਲਿਸ਼ ਹੋਈ। ਐਂਡ ਮਾਈਕਲ ਯੰਗ ਦੀ ਬੁੱਕ ਛਪਦੀ ਹੈ ਦਾ ਰਾਈਜ਼ ਆਫ ਮੈਰੀਟੋਕ੍ਰੇਸੀ 1961 ਦੇ ਵਿੱਚ, ਜਿਸ ਦੇ ਵਿੱਚ ਮੈਰੀਟੋਕ੍ਰੇਸੀ ਬਾਰੇ ਗੱਲ ਹੁੰਦੀ ਹੈ। ਮੈਰੀਟੋਕ੍ਰੇਸੀ ਦਾ ਮਤਲਬ ਹੈ ਹਾਈ ਕਲਾਸ ਅਤੇ ਲੋਅਰ ਕਲਾਸ। ਇਸ ਦੇ ਵਿੱਚ ਕਿਵੇਂ ਇਨਇਕੁਐਲਿਟੀਜ਼ ਪੈਦਾ ਹੁੰਦੀਆਂ ਨੇ ਅਤੇ ਕਿਵੇਂ ਇਕੁਐਲਿਟੀ ਦੇ ਲਈ ਲੋਅਰ ਕਲਾਸ ਸਟਰਗਲ ਕਰਦੀ ਹੈ। ਇਸੇ ਤਰ੍ਹਾਂ ਅਲੈਕਸਿਸ ਡੇ ਟੋਕੋਵਾਇਲ ਅ ਫ੍ਰੈਂਚ ਆਥਰ ਆਫ ਡੈਮੋਕ੍ਰੇਸੀ ਇਨ ਅਮੈਰੀਕਾ ਦੇ ਵਿੱਚ ਉਹ ਪੋਲੀਟੀਕਲ ਇਕੁਐਲਿਟੀ ਅਤੇ ਇਕਨੋਮਿਕ ਇਕੁਐਲਿਟੀ ਦੇ ਵਿੱਚ ਡਿਫਰੈਂਸ ਦੱਸਦੇ ਨੇ। ਅਤੇ ਇਕੁਐਲਿਟੀ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ, ਜਿਵੇਂ ਕਿ ਲੀਗਲ ਇਕੁਐਲਿਟੀ, ਪੋਲੀਟੀਕਲ ਇਕੁਐਲਿਟੀ, ਸੋਸ਼ੋ ਇਕਨੋਮਿਕ ਇਕੁਐਲਿਟੀ। ਅਤੇ ਲੀਗਲ ਅਤੇ ਪੋਲੀਟੀਕਲ ਇਕੁਐਲਿਟੀਜ਼ ਫਾਰਮਲ ਇਕੁਐਲਿਟੀ ਦੇ ਅੰਡਰ ਆਉਂਦੀਆਂ ਨੇ, ਅਤੇ ਸੋਸ਼ਲ ਅਤੇ ਇਕਨੋਮਿਕ ਇਕੁਐਲਿਟੀਜ਼ ਸਬਸਟੈਂਟਿਵ ਇਕੁਐਲਿਟੀਜ਼ ਦੇ ਅੰਡਰ ਆਉਂਦੀਆਂ ਨੇ। ਲੀਗਲ ਇਕੁਐਲਿਟੀ ਦੇ ਵਿੱਚ ਇਕੁਅਲ ਲੀਗਲ ਸਟੇਟਸ ਦੀ ਗੱਲ ਕੀਤੀ ਜਾਂਦੀ ਹੈ। ਇਸ ਬਾਰੇ ਰੂਜ਼ੋ ਗੱਲ ਕਰਦਾ ਹੈ ਸੋਸ਼ਲ ਕੰਟਰੈਕਟ ਦੇ ਵਿੱਚ। ਅਰਨੈਸਟ ਬਾਰਕਰ ਆਲਸੋ ਟਾਕ ਅਬਾਊਟ ਲੀਗਲ ਇਕੁਐਲਿਟੀ ਇਨ ਹਿਜ਼ ਪ੍ਰਿੰਸੀਪਲਸ ਆਫ ਸੋਸ਼ਲ ਐਂਡ ਪੋਲੀਟੀਕਲ ਥਿਊਰੀ ਦੇ ਵਿੱਚ। ਮਨੁਸਮ੍ਰਿਤੀ ਦੇ ਵਿੱਚ ਪਨਿਸ਼ਮੈਂਟ ਨੂੰ ਅਲੱਗ-ਅਲੱਗ ਤਰੀਕੇ ਨਾਲ ਦੇਣ ਦੀ ਗੱਲ ਕੀਤੀ ਜਾਂਦੀ ਹੈ। ਮਤਲਬ ਕਿ ਕਾਸਟ ਦੇ ਅਕੋਰਡਿੰਗ ਪਨਿਸ਼ਮੈਂਟ ਦਿੱਤੀ ਜਾਏਗੀ, ਕ੍ਰਾਈਮ ਦੇ ਅਕੋਰਡਿੰਗ ਨਹੀਂ। ਇਸੇ ਤਰ੍ਹਾਂ ਅਰਿਸਟੋਟਲ ਵੀ ਗੱਲ ਕਰਦਾ ਹੈ ਕਿ ਸੇਮ ਕ੍ਰਾਈਮ ਲਈ ਅਲੱਗ-ਅਲੱਗ ਤਰ੍ਹਾਂ ਦੀ ਪਨਿਸ਼ਮੈਂਟ ਦਿੱਤੀ ਜਾਂਦੀ ਹੈ, ਇੱਕ ਫਰੀ ਮੈਨ ਨੂੰ ਅਤੇ ਇੱਕ ਗੁਲਾਮ ਨੂੰ, ਇੱਕ ਸਲੇਵ ਨੂੰ। ਲਾਸਕੀ ਵੀ ਲਾਅ ਦੇ ਸਾਹਮਣੇ ਰਿਚ ਪਰਸਨ ਦੀ ਐਡਵਾਂਟੇਜ ਨੂੰ ਕਲੀਅਰ ਕਰਦਾ ਹੈ ਕਿ ਪੂਅਰ ਲਈ ਐਡਵਾਂਟੇਜ ਨਹੀਂ ਹੁੰਦੀ। ਇਸ ਬਾਰੇ ਲੂਕਸ ਵੀ ਦੱਸਦਾ ਹੈ। ਅਤੇ ਅੱਗੇ ਗੱਲ ਆਉਂਦੀ ਹੈ ਪੋਲੀਟੀਕਲ ਇਕੁਐਲਿਟੀ ਦੀ। ਇਹਦੇ ਵਿੱਚ ਵਨ ਮੈਨ ਵਨ ਵੋਟ ਦੀ ਗੱਲ ਹੁੰਦੀ ਹੈ। ਅਤੇ ਡੀ ਰਾਫੇਲ ਦੇ ਅਕੋਰਡਿੰਗ ਜੋ ਫ੍ਰੈਂਚ ਰੈਵੋਲਿਊਸ਼ਨ ਹੋਈ ਉਸ ਦੇ ਨਾਲ ਹੀ ਪੋਲੀਟੀਕਲ ਇਕੁਐਲਿਟੀ ਵੀ ਇੰਟਰੋਡਿਊਸ ਹੋਈ ਹੈ। ਇਸ ਨੇ ਹੀ ਵੈਸਟਰਨ ਵਰਲਡ ਵਿੱਚ ਡੈਮੋਕ੍ਰੇਸੀ ਇਸਟੈਬਲਿਸ਼ ਕੀਤੀ। ਅਤੇ ਅੱਗੇ ਸੋਸ਼ੋ ਇਕਨੋਮਿਕ ਇਕੁਐਲਿਟੀ ਦੇ ਵਿੱਚ ਇਸ ਦਾ ਮੇਨ ਏਮ ਸੀ ਸੋਸ਼ਲਿਜ਼ਮ, ਵਰਕਿੰਗ ਜਾਂ ਫਿਰ ਪ੍ਰੋਲੀਟੇਰੀਅਤ ਕਲਾਸ ਨੂੰ ਪ੍ਰੋਟੈਕਟ ਕਰਨ ਲਈ, ਜੋ ਮਤਲਬ ਉਹਨਾਂ ਦੇ ਇਕੁਅਲ ਰਾਈਟਸ ਦੀ ਇੱਥੇ ਆ ਕੇ ਗੱਲ ਹੋਈ ਹੈ। ਇਸ ਦੇ ਵਿੱਚ ਮਾਰਕਸ ਸਾਨੂੰ ਪੜ੍ਹਨ ਨੂੰ ਮਿਲਦਾ ਹੈ। ਮਾਰਕਸਿਜ਼ਮ ਦੀ ਆਈਡੀਓਲੋਜੀ ਅਸੀਂ ਸੋਸ਼ੋ ਇਕਨੋਮਿਕ ਇਕੁਐਲਿਟੀ। ਅੱਗੇ ਜਾ ਕੇ ਲੈਨਿਨ 1870 ਦੇ ਵਿੱਚ ਬੋਰਜੀਅਸ ਰਾਈਟਸ ਦੀ ਵੀ ਗੱਲ ਕਰਦਾ ਹੈ। W. ਫਰਾਈਡਮੈਨ ਆਪਣੀ ਬੁੱਕ ਲਾਅ ਇਨ ਅ ਚੇਂਜਿੰਗ ਸੋਸਾਇਟੀ ਦੇ ਵਿੱਚ ਟੈਕਸ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦਾ ਹੈ ਅਤੇ ਇਸ ਨੂੰ ਇੱਕ ਇੰਪੋਰਟੈਂਟ ਵੈਪਨ ਮੰਨਦਾ ਹੈ ਕਿ ਜਦੋਂ ਇੱਕ ਰਿਚ ਪਰਸਨ 'ਤੇ ਟੈਕਸ ਲਗਾਇਆ ਜਾਏਗਾ ਤਾਂ ਉਸ ਟੈਕਸ ਨਾਲ ਪੂਅਰ ਦੀ ਹੈਲਪ ਕੀਤੀ ਜਾਏਗੀ ਅਤੇ ਉਸ ਲਈ ਸਕੀਮਸ ਅਵੇਲੇਬਲ ਕਰਵਾਈਆਂ ਜਾਣਗੀਆਂ। ਇੱਕ ਵੈਲਫੇਅਰ ਸਟੇਟ ਦਾ ਇੱਥੇ ਕਨਸੈਪਟ ਵੀ ਆ ਜਾਂਦਾ ਹੈ ਅਤੇ ਇਸ ਤਰ੍ਹਾਂ ਉਹਨਾਂ ਨੂੰ ਵੀ ਉੱਪਰ ਚੱਕਿਆ ਜਾਏਗਾ। ਉਹਨਾਂ ਦਾ ਲਿਵਿੰਗ ਆਫ ਸਟੈਂਡਰਡ ਜੋ ਹੈ ਉਸ ਨੂੰ ਇੰਪਰੂਵ ਕੀਤਾ ਜਾ ਸਕਦਾ ਹੈ। ਇਸ ਨਾਲ ਇਨਇਕੁਐਲਿਟੀ ਜੋ ਹੈ ਉਸ ਨੂੰ ਰਿਡਿਊਸ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਅੱਗੇ ਸਿੰਪਲ ਇਕੁਐਲਿਟੀ ਦੀ ਗੱਲ ਕਰਦੇ ਹਾਂ ਅਤੇ ਕੰਪਲੈਕਸ ਇਕੁਐਲਿਟੀ ਦੀ ਗੱਲ ਕਰਦੇ ਹਾਂ। ਕੰਪਲੈਕਸ ਇਕੁਐਲਿਟੀ ਹੈ ਜੋ ਇਸ ਨੂੰ ਪਹਿਲੀ ਵਾਰ ਇੰਟਰੋਡਿਊਸ ਕੀਤਾ ਮਾਈਕਲ ਵਾਲਜ਼ਰ ਨੇ ਆਪਣੀ ਕਿਤਾਬ ਸਫੇਅਰਸ ਆਫ ਜਸਟਿਸ 1983 ਦੇ ਵਿੱਚ। ਸਿੰਪਲ ਇਕੁਐਲਿਟੀ ਦਾ ਮਤਲਬ ਹੈ ਕਿ ਸੇਮ ਇਨਕਮ, ਗੁੱਡਸ, ਵੈਲਥ ਅਤੇ ਪਾਵਰ ਡਿਸਟਰੀਬਿਊਟ ਕਰਨਾ।
ਤੇ ਕੰਪਲੈਕਸ ਇਕੁਐਲਿਟੀ ਦੇ ਵਿੱਚ ਹੋਰ ਵੀ ਬਹੁਤ ਕੁਝ ਆ ਜਾਂਦਾ ਹੈ, ਜਿਵੇਂ ਕਿ ਡਿਸਟ੍ਰੀਬਿਊਸ਼ਨ ਆਫ ਮਾਰਕੀਟ, ਪ੍ਰੋਫੈਸ਼ਨ, ਪੋਲਿਟਿਕਸ, ਫੈਮਿਲੀ, ਰੈਪੂਟੇਸ਼ਨ, ਪੋਲੀਟੀਕਲ ਆਫਿਸਿਸ। ਤੇ ਪ੍ਰੋਫੈਸ਼ਨ ਦੇ ਵਿੱਚ ਮਤਲਬ ਹੈ ਕਿ ਇੰਪਲੋਇਮੈਂਟ। ਤੇ ਹੁਣ ਅਸੀਂ ਜਾਣਾਂਗੇ ਕਿ ਫਾਰਮਲ ਇਕੁਐਲਿਟੀ ਕੀ ਹੈ ਤੇ ਸਬਸਟੈਂਟਿਵ ਇਕੁਐਲਿਟੀ ਕੀ ਹੈ। ਫਾਰਮਲ ਇਕੁਐਲਿਟੀ ਨੂੰ ਅਸੀਂ ਪੰਜਾਬੀ ਦੇ ਵਿੱਚ ਰਸਮੀ ਸਮਾਨਤਾ ਤੇ ਸਬਸਟੈਂਟਿਵ ਨੂੰ ਅਸਲ ਸਮਾਨਤਾ ਕਹਿੰਦੇ ਹਾਂ। ਇਹਨਾਂ ਦੋਵਾਂ ਸਮਾਨਤਾਵਾਂ ਨੂੰ ਅਸੀਂ ਇੱਕ ਉਦਾਹਰਨ ਲੈ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਮੰਨ ਲਓ ਅਸੀਂ ਕਿਸੇ ਹਸਪੀਟਲ 'ਚ ਜਾਂ ਫਿਰ ਕਿਸੇ ਹੋਰ ਅਦਾਰੇ ਦੇ ਵਿੱਚ ਜਾਂਦੇ ਹਾਂ ਤੇ ਅਸੀਂ ਆਪਣੀ ਕਤਾਰ ਦੇ ਵਿੱਚ ਖੜ੍ਹਦੇ ਹਾਂ, ਇੱਕ ਲਾਈਨ ਬਣਾਉਂਦੇ ਹਾਂ। ਉਸ ਦੇ ਵਿੱਚ ਜੋ ਪਹਿਲਾਂ ਜਾਂਦਾ ਹੈ ਉਸ ਨੂੰ ਸਰਵਿਸ ਪਹਿਲਾਂ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਜੋ ਪਿੱਛੋਂ ਆਉਂਦਾ ਉਸ ਨੂੰ ਬਾਅਦ ਵਿੱਚ। ਇਸੇ ਤਰ੍ਹਾਂ ਲਾਈਨ ਦੇ ਅਕੋਰਡਿੰਗ ਆਪਣਾ ਕੰਮ ਕਰਵਾਇਆ ਜਾਂਦਾ ਹੈ। ਇਹੀ ਹੈ ਇੱਕ ਫਾਰਮਲ ਇਕੁਐਲਿਟੀ। ਪਰ ਜਦੋਂ ਇਸ ਲਾਈਨ ਦੇ ਵਿੱਚੋਂ ਸੀਨੀਅਰ ਸਿਟੀਜ਼ਨ ਨੂੰ ਤੇ ਔਰਤਾਂ ਨੂੰ ਜਾਂ ਫਿਰ ਇੱਕ ਹੈਂਡੀਕੈਪਡ ਵਿਅਕਤੀ ਦੀ ਹੈਲਪ ਪਹਿਲਾਂ ਕੀਤੀ ਜਾਂਦੀ ਹੈ, ਉਸ ਨੂੰ ਅਲੱਗ ਸਰਵਿਸ ਦਿੱਤੀ ਜਾਂਦੀ ਹੈ, ਪਹਿਲਾਂ ਦਿੱਤੀ ਜਾਂਦੀ ਹੈ, ਇਹ ਹੈ ਸਬਸਟੈਂਟਿਵ ਇਕੁਐਲਿਟੀ। ਜਿਵੇਂ ਕਿ ਸਭ ਨੂੰ ਐਜੂਕੇਸ਼ਨ ਦੇਣਾ, ਮੈਡੀਕਲ ਕੇਅਰ ਦੇਣਾ, ਟਰੈਵਲ ਤੇ ਐਂਟਰਟੇਨਮੈਂਟ ਸਭ ਲਈ ਓਪਨ ਕਰਨਾ ਬਿਲਕੁਲ ਇਕੁਅਲੀ ਤੇ ਸਭ ਤੋਂ ਇਕੁਅਲੀ ਪੇਮੈਂਟ ਲੈਣਾ ਇਸ ਚੀਜ਼ ਲਈ, ਇਹ ਹੈ ਫਾਰਮਲ ਇਕੁਐਲਿਟੀ। ਬਟ ਜਦੋਂ ਵੀਕਰ ਸੈਕਸ਼ਨ ਨੂੰ ਤੇ ਪੂਅਰ ਨੂੰ ਗਵਰਨਮੈਂਟ ਫ੍ਰੀ ਕੰਸੈਸ਼ਨ ਦਿੰਦੀ ਹੈ ਤੇ ਸਕਾਲਰਸ਼ਿਪਸ ਪ੍ਰੋਵਾਈਡ ਕਰਦੀ ਹੈ ਐਜੂਕੇਸ਼ਨ ਲਈ, ਇਹ ਹੋ ਜਾਂਦੀ ਹੈ ਸਬਸਟੈਂਟਿਵ ਇਕੁਐਲਿਟੀ। ਇਸੇ ਲਈ ਸਬਸਟੈਂਟਿਵ ਇਕੁਐਲਿਟੀ ਦੇ ਵਿੱਚ ਸੋਸ਼ਲ ਤੇ ਇਕਨੋਮਿਕ ਇਕੁਐਲਿਟੀ ਦੀ ਗੱਲ ਕੀਤੀ ਜਾਂਦੀ ਹੈ ਤੇ ਫਾਰਮਲ ਦੇ ਵਿੱਚ ਲੀਗਲ ਤੇ ਪੋਲੀਟੀਕਲ ਇਕੁਐਲਿਟੀ ਦੀ ਗੱਲ ਕੀਤੀ ਜਾਂਦੀ ਹੈ। ਜੇ ਆਪਾਂ ਇੰਡੀਅਨ ਕੌਨਸਟੀਟਿਊਸ਼ਨ ਦੇ ਵਿਊ ਤੋਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਸ ਵਿੱਚ ਵੀ SC ST ਕੈਟੇਗਰੀ ਲਈ ਜ਼ਿਆਦਾ ਪ੍ਰਾਇਓਰਿਟੀਜ਼ ਨੇ। ਕਈ ਚੀਜ਼ਾਂ ਨੂੰ ਲੈ ਕੇ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਕੋਟਾ ਰੱਖਿਆ ਜਾਂਦਾ ਹੈ ਜੌਬਸ ਦੇ ਵਿੱਚ। ਇਹੀ ਇੱਕ ਸਬਸਟੈਂਟਿਵ ਇਕੁਐਲਿਟੀ ਹੈ ਜਿਸ ਨਾਲ ਕਿ ਵੀਕਰ ਸੈਕਸ਼ਨ ਵੀ ਉੱਤੇ ਆ ਸਕੇ। ਇਸੇ ਤਰ੍ਹਾਂ ਅਸੀਂ ਜਿਵੇਂ ਪੜ੍ਹਿਆ ਸੀ ਕਿ ਇਕੁਐਲਿਟੀ ਦਾ ਕੰਸੈਪਟ ਲਿਬਰਟੀ ਦੇ ਕੰਸੈਪਟ ਦੇ ਨਾਲ ਹੀ ਆਉਂਦਾ ਹੈ ਤੇ ਇਹਨਾਂ ਦੇ ਵਿੱਚ ਇੱਕ ਪ੍ਰੋਪਰ ਇੱਕ ਵਧੀਆ ਰਿਲੇਸ਼ਨ ਹੈ। ਇਸੇ ਤਰ੍ਹਾਂ ਇਕੁਐਲਿਟੀ ਦਾ ਰਿਲੇਸ਼ਨ ਜਸਟਿਸ ਨਾਲ ਵੀ ਹੈ। ਅਰਿਸਟੋਟਲ ਇਸ ਦੇ ਲਈ ਆਪਣੇ ਵਿਚਾਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਟ੍ਰੀਟਿੰਗ ਇਕੁਅਲ ਇਕੁਅਲੀ ਐਂਡ ਅਨਇਕੁਅਲਸ ਅਨਇਕੁਅਲੀ, ਕਿ ਜੋ ਇਕੁਅਲ ਨੇ ਉਹਨਾਂ ਨੂੰ ਇਕੁਅਲੀ ਟਰੀਟ ਕੀਤਾ ਜਾਵੇ ਤੇ ਜੋ ਅਨਇਕੁਅਲਸ ਨੇ ਉਹਨਾਂ ਨੂੰ ਅਨਇਕੁਅਲੀ ਟਰੀਟ ਕੀਤਾ ਜਾਵੇ ਤੇ ਜਸਟਿਸ ਇਹੀ ਹੈ, ਇਹੀ ਜਸਟਿਸ ਦੀ ਇੱਕ ਸਿਚੁਏਸ਼ਨ ਬਣਦੀ ਹੈ। ਜੇ ਇਕੁਐਲਿਟੀ ਦੇ ਵਿਊ ਤੋਂ ਦੇਖਿਆ ਜਾਵੇ ਤਾਂ ਜਸਟਿਸ ਸਿਰਫ ਲੀਗਲ ਜਸਟਿਸ ਦੀ ਗੱਲ ਨਹੀਂ ਹੁੰਦੀ, ਇੱਥੇ ਸੋਸ਼ਲ ਜਸਟਿਸ ਦੀ ਗੱਲ ਵੀ ਹੁੰਦੀ ਹੈ। ਤੇ FA ਹਾਈਕ ਦੀ ਇੱਕ ਹੋਰ ਬੁੱਕ ਹੈ ਲਾਅ, ਲੈਜਿਸਲੇਸ਼ਨ ਐਂਡ ਲਿਬਰਟੀ, ਦੇ ਵਿੱਚ ਉਹ ਸੋਸ਼ਲ ਜਸਟਿਸ ਦੀ ਹੀ ਗੱਲ ਕਰਦਾ ਹੈ। ਸੋ ਇਸੇ ਤਰ੍ਹਾਂ ਸਾਡਾ ਇਕੁਐਲਿਟੀ ਦਾ ਕੰਸੈਪਟ ਵੀ ਇੱਥੇ ਖਤਮ ਹੁੰਦਾ ਹੈ। ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।